ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਨਾਭੇ ਤੋਂ ਸੰਤ ਜੀ ਮਹਾਰਾਜ ਸਿੱਧੇ ਤਰਨਤਾਰਨ ਸਾਹਿਬ ਆਏ ਅਤੇ ਇੱਥੇ 6 ਮਹੀਨੇ ਸਤਸੰਗ ਦਾ ਅਜਬ ਰੰਗ ਬੰਨਿਆ ਰਿਹਾ। ਪਰ ਕਰਤਾਰ ਦੀ ਨੀਤ ਅਚਨਚੇਤ ਹੀ ਇਸ ਰੰਗ ਵਿੱਚ ਭੰਗ ਪੈ ਗਿਆ। ਰੁੱਤ ਗਰਮੀਆਂ ਦੀ ਸੀ। ਸੰਤ ਜੀ ਮਹਾਰਾਜ ਰਾਤ ਨੂੰ ਹੰਸਲੀ ਵੱਲ ਦੀਆਂ ਬੇਰੀਆਂ ਹੇਠ ਬਿਰਾਜਦੇ ਸਨ। ਆਪ ਪਲੰਗ 'ਤੇ ਬਿਰਾਜਦੇ ਅਤੇ 2 ਨਿਕਟਵਰਤੀ ਸੇਵਕ ਪਾਸ ਹੀ ਫਰਸ਼ 'ਤੇ ਸੇਵਾ ਵਿੱਚ ਹਾਜ਼ਰ ਰਹਿੰਦੇ। ਜਦ ਸੰਤ ਜੀ ਲੇਟ ਜਾਂਦੇ ਤਦ ਇਹ ਵੀ ਕੋਲ ਹੀ ਆਪਣੇ ਆਸਣ 'ਤੇ ਆਰਾਮ ਕਰਦੇ। ਇੱਕ ਰਾਤ ਕੋਈ 1:30 ਵਜੇ ਦਾ ਵਕਤ ਸੀ ਕਿ ਸਿਪਾਹੀ ਦੀ ਇਸਤਰੀ ਬੀਬੀ ਪ੍ਰੇਮ ਕੌਰ ਸੰਤ ਜੀ ਮਹਾਰਾਜ ਦੇ ਮੰਜੇ 'ਤੇ ਪਵਾਂਦੀ ਆ ਬੈਠੀ। ਸੰਤ ਜੀ ਉਸ ਵੇਲੇ ਉੱਠ ਬੈਠੇ ਅਤੇ ਸੇਵਕ ਵੀ ਜਾਗ ਪਏ। ਬੀਬੀ ਨੂੰ ਸੰਤਾਂ ਨੇ ਉਪਦੇਸ਼ ਕੀਤਾ ਕਿ ਭਜਨ ਕਰੋ ਅਤੇ ਕਰਤਾਰ ਦੀ ਰਜਾਈ ਵਿੱਚ ਰਹੋ। ਮੋਹ ਮਾਇਆ ਦਾ ਜਾਲ ਤੋੜਨ ਕਰਕੇ ਹੀ ਮਨੁੱਖਾ ਜਨਮ ਸਫਲਾ ਹੁੰਦਾ ਹੈ। ਮਾਈ ਦੀ ਇਸ ਅਯੋਗ ਹਰਕਤ ਕਰਕੇ ਸੰਤ ਜੀ ਮਹਾਰਾਜ ਉਪਰਾਮ ਹੋ ਗਏ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤਰਨਤਾਰਨ ਸਾਹਿਬ ਛੱਡ ਦਿੱਤਾ। ਜਦ ਆਸਾ ਜੀ ਦੀ ਵਾਰ ਦਾ ਸਮਾਂ ਆਇਆ ਤਦ ਸੰਤ ਜੀ ਮਹਾਰਾਜ ਦੀਵਾਨ ਵਿੱਚ ਨਹੀਂ ਆਏ। ਸੰਗਤ ਵਿੱਚ ਬੜੀ ਹਲਚਲ ਮਚ ਗਈ। ਕੋਈ ਕਿਧਰੇ ਦੇਖੇ, ਕੋਈ ਕਿਧਰੇ। ਜਦ ਦੀਵਾਨ ਦਾ ਭੋਗ ਪੈ ਗਿਆ ਅਤੇ ਸੰਤਾਂ ਦੇ ਫੇਰ ਵੀ ਦਰਸ਼ਨ ਨਾ ਹੋਏ ਤਦ ਸੰਗਤਾਂ ਬੇਬਲ ਹੋ ਕੇ ਆਲੇ ਦੁਆਲੇ ਦੇ ਟਿਕਾਣਿਆਂ ਅਤੇ ਪਿੰਡਾਂ ਵਿੱਚ ਢੂੰਡਣ ਲਈ ਚੜ ਪਈਆਂ। ਬੜੇ ਯਤਨ ਮਗਰੋਂ ਸੰਤ ਜੀ ਕੰਡਿਆਲੇ ਦੇ ਬਾਹਰ ਇੱਕ ਦਰਖਤ ਹੇਠਾਂ ਲੱਭੇ। ਸੰਗਤ ਟੁੱਟ ਕੇ ਚਰਨੀ ਲੱਗੀ ਅਤੇ ਬੜੇ ਵੈਰਾਗ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਤਰਨਤਾਰਨ ਸਾਹਿਬ ਜ਼ਰੂਰ ਦਰਸ਼ਨ ਦੇਵੋ। ਸੰਤ ਜੀ ਮਹਾਰਾਜ ਨੇ ਸਭ ਨੂੰ ਧੀਰਜ ਦਿੱਤੀ ਤੇ ਆਖਿਆ ਕਿ ਸਾਡਾ ਸਰੀਰ ਹੀ ਸਾਧ ਸੰਗਤ ਦਾ ਹੈ, ਪਰ ਮਾਈ ਦੀ ਕੁਚਾਲੀ ਕਰਕੇ ਹੁਣ ਸਾਡਾ ਚਿੱਤ ਤਰਨਤਾਰਨ ਸਾਹਿਬ ਜਾਣ ਨੂੰ ਨਹੀਂ ਕਰਦਾ। ਹੁਣ ਕਦੇ ਫੇਰ ਕਰਤਾਰ ਦੇ ਹੁਕਮ ਵਿੱਚ ਹਾਜ਼ਰੀ ਭਰਾਂਗੇ। ਸੰਗਤ ਸੰਤ ਜੀ ਦੀ ਆਸ਼ਾ ਸਮਝ ਕੇ ਮੁੜ ਗਈ ਅਤੇ ਸੰਤ ਜੀ 1-2 ਮਹੀਨੇ ਇਸ ਪਿੰਡ ਵਿੱਚ ਹੀ ਰਹੇ। ਇਲਾਕੇ ਦੀਆਂ ਬੇਅੰਤ ਸੰਗਤਾਂ ਦਰਸ਼ਨ ਲਈ ਆਉਂਦੀਆਂ ਅਤੇ ਸੈਂਕੜੇ ਮਾਈ ਭਾਈ ਨੇ ਅੰਮ੍ਰਿਤ ਛਕਿਆ। ਹੁਣ ਪੋਠੋਹਾਰ ਦੇ ਇਲਾਕੇ ਦੀਆਂ ਸੰਗਤਾਂ ਵਿੱਚ ਮਹਾਰਾਜ ਦੇ ਦਰਸ਼ਨ ਦੀ ਖਿੱਚ ਹੋਈ। ਸਰਦਾਰ ਕਰਬਾਰਾ ਸਿੰਘ ਜੀ ਤਰਨਤਾਰਨ ਸਾਹਿਬ ਤੋਂ ਹੋ ਕੇ ਇਸ ਨਗਰ ਆਏ ਅਤੇ ਸੰਤ ਜੀ ਨੂੰ ਡੇਰੇ ਖਾਲਸੇ ਲੈ ਆਏ। ਇੱਥੇ ਕੁਝ ਚਿਰ ਸੰਗਤਾਂ ਦਾ ਪ੍ਰੇਮ ਲਿਆ, ਕਈ ਜੀਵਾਂ ਦਾ ਭਲਾ ਕੀਤਾ। ਫਿਰ ਰਾਵਲਪਿੰਡੀ ਦੀ ਸੰਗਤ ਦਾ ਪ੍ਰੇਮ ਪੂਰਾ ਕਰਨ ਲਈ ਕੁਝ ਚਿਰ ਇਸ ਸ਼ਹਿਰ ਵਿੱਚ ਬਿਰਾਜੇ। ਇੱਥੋਂ ਲਾਹੌਰ ਦੀ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੇ ਗੁਰਪੁਰਬ ਜੇਠ ਸੁਦੀ ਚੌਥ ਲਈ ਸੰਤ ਜੀ ਨੂੰ ਆਪਣੇ ਨਾਲ ਲੈ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ ਵਿੱਚ ਡੇਰਾ ਕਰਾਇਆ। ਸਤਸੰਗ ਦਾ ਬੜਾ ਰੰਗ ਬੰਨਿਆ। ਅੰਮ੍ਰਿਤ ਵੇਲੇ ਹਰ ਰੋਜ਼ ਡੇਰਾ ਸਾਹਿਬ ਦੀਵਾਨ ਸਜਦਾ ਅਤੇ ਸ਼ਾਮ ਦੇ ਵਕਤ ਬੌਲੀ ਸਾਹਿਬ। ਲਾਹੌਰ ਦੇ ਇਸ ਦੌਰੇ ਵਿੱਚ ਸੰਤ ਭਾਈ ਹਰੀ ਸਿੰਘ ਜੀ ਦਾ ਸੰਤ ਜੀ ਮਹਾਰਾਜ ਨਾਲ ਮਿਲਾਪ ਹੋਇਆ ਅਤੇ ਇਹ 16 ਸਾਲ ਸੰਤ ਜੀ ਦੇ ਗੜਵਈ ਰਹੇ। ਇਹਨਾਂ ਨੇ ਸੰਤ ਜੀ ਮਹਾਰਾਜ ਦਾ ਕਨੋਹੇ ਦਰਸ਼ਨ ਕੀਤਾ ਸੀ ਅਤੇ ਜਦ ਸੰਤ ਜੀ ਰਵਾਤ ਆਏ ਸਨ ਉੱਥੇ ਅੰਮ੍ਰਿਤ ਛਕਿਆ ਸੀ। ਅੰਮ੍ਰਿਤ ਛਕ ਕੇ ਭਾਈ ਹਰੀ ਸਿੰਘ ਜੀ ਆਪਣੇ ਘਰ ਚਲੇ ਗਏ, ਪਰ ਚਿੱਤ ਵਿੱਚ ਇਹ ਆਸ਼ਾ ਬਣੀ ਰਹੀ ਕਿ ਕੁਝ ਚਿਰ ਸੰਤ ਜੀ ਮਹਾਰਾਜ ਦੀ ਟਹਿਲ ਵਿੱਚ ਰਹਿ ਕੇ ਸਤਸੰਗ ਦਾ ਲਾਭ ਉਠਾਈਏ। ਹਿਰਦੇ ਵਿੱਚ ਇਹ ਖਿਆਲ ਟਿਕਿਆ ਰਿਹਾ ਅਤੇ ਦਿਨੋਂ ਦਿਨ ਦਰਸ਼ਨ ਦੀ ਤਾਂਘ ਵੱਧਦੀ ਗਈ। ਸਮਾਂ ਪਾ ਕੇ ਇੱਕ ਦਿਨ ਭਾਈ ਹਰੀ ਸਿੰਘ ਜੀ ਨੂੰ ਪਤਾ ਲੱਗਾ ਕਿ ਸੰਤ ਜੀ ਲਾਹੌਰ ਵਿੱਚ ਨਾਮ ਬਾਣੀ ਦਾ ਪ੍ਰਵਾਹ ਚਲਾ ਰਹੇ ਹਨ। ਇਹ ਖਬਰ ਸੁਣਦੇ ਸਾਰ ਹੀ ਭਾਈ ਸਾਹਿਬ ਆਪਣੇ ਨਗਰ ਤੋਂ ਲਾਹੌਰ ਚਲੇ ਗਏ ਅਤੇ ਉੱਥੇ ਦਰਸ਼ਨ ਮੇਲਾ ਕੀਤਾ। ਫਿਰ ਚਿੱਤ ਚਰਨਾਂ ਵਿੱਚ ਹੀ ਲੱਗ ਗਿਆ ਅਤੇ ਵਿਛੜ ਨਾ ਸਕੇ।
ਸਾਧ ਸੰਗਤ ਜੀ ਨੇ ਪ੍ਰੇਮ ਦੀ ਖਿੱਚ ਪਾ ਕੇ 3 ਮਹੀਨੇ ਲਾਹੌਰ ਦੇ ਵਿੱਚ ਹੀ ਰੱਖਿਆ। ਅਨੇਕਾਂ ਜੀਵਾਂ ਦੇ ਹਿਰਦੇ ਸ਼ਾਂਤ ਹੋਏ। ਹੁਣ ਅੱਸੂ ਦਾ ਮਹੀਨਾ ਚੜ੍ਹ ਪਿਆ। ਇਹਨਾਂ ਦਿਨਾਂ ਵਿੱਚ ਸੰਗਤਾਂ ਗੁਜਰਾਂਵਾਲੇ, ਲਾਹੌਰ ਅਤੇ ਹੋਰ ਨਗਰਾਂ ਤੋਂ ਵਹੀਰਾਂ ਪਾ ਕੇ ਨਨਕਾਣਾ ਸਾਹਿਬ ਦੀ ਯਾਤਰਾ ਲਈ ਪੈਦਲ ਜਾਂ ਬੈਲ ਗੱਡੀਆਂ 'ਤੇ ਟੁਰ ਪੈਂਦੀਆਂ। ਰਸਤੇ ਵਿੱਚ ਹੀ ਹਰ ਪੜਾਅ 'ਤੇ ਲੰਗਰ ਸਜਦੇ ਅਤੇ ਸਵੇਰੇ ਸ਼ਾਮ ਬੜੇ ਪ੍ਰੇਮ ਨਾਲ ਸਤਿਗੁਰੂ ਜੀ ਦੇ ਦੀਵਾਨ ਲੱਗਦੇ। ਇਸ ਸਾਲ ਭਾਈ ਹਰਨਾਮ ਸਿੰਘ ਜੀ ਆਟੇ ਵਾਲੇ ਅਤੇ ਹੋਰ ਗੁਰਮੁਖਾਂ ਨੇ ਸੰਤ ਜੀ ਮਹਾਰਾਜ ਪਾਸ ਸੰਗਤ ਦੇ ਨਾਲ ਨਨਕਾਣਾ ਸਾਹਿਬ ਜਾਣ ਲਈ ਬੇਨਤੀ ਕੀਤੀ। ਸੰਤ ਜੀ ਬੜੇ ਉਤਸ਼ਾਹ ਨਾਲ ਸਤਿਗੁਰੂ ਨਾਨਕ ਦੇਵ ਜੀ ਦੀ ਚਰਨ ਧੂੜ ਲੈਣ ਲਈ ਤਿਆਰ ਹੋ ਗਏ। ਰਸਤੇ ਵਿੱਚ ਬੜਾ ਪ੍ਰਚਾਰ ਹੋਇਆ ਅਤੇ ਹਜ਼ਾਰਾਂ ਮਾਈ ਭਾਈ ਗੁਰੂ ਕਲਗੀਧਰ ਜੀ ਮਹਾਰਾਜ ਦੇ ਬੇੜੇ 'ਤੇ ਚੜ੍ਹੇ। ਰਸਤੇ ਵਿੱਚ ਇੱਕ ਦਿਨ ਕਿਸੇ ਪ੍ਰੇਮੀ ਨੇ ਸੰਤ ਜੀ ਮਹਾਰਾਜ ਨੂੰ ਗੱਡੇ 'ਤੇ ਚੜ੍ਹਾ ਲਿਆ। ਕਰਤਾਰ ਦੀ ਨੇਤ ਗੱਡਾ ਟੁੱਟ ਗਿਆ, ਪਰ ਸੰਤ ਜੀ ਨੂੰ ਸੱਟ ਨਾ ਲੱਗੀ। ਸਤਿਗੁਰੂ ਦੇ ਚਰਨ ਹਿਰਦੇ ਵਿੱਚ ਵਸਾ ਕੇ ਪੜਾ ਟੁਰਦੀ ਸਾਧ ਸੰਗਤ ਨਨਕਾਣਾ ਸਾਹਿਬ ਦੀ ਜੂਹ ਵਿੱਚ ਅੱਪੜੀ। ਸਭ ਨੇ ਬੜੇ ਪ੍ਰੇਮ ਨਾਲ ਚਰਨ ਧੂੜ ਮਸਤਕ 'ਤੇ ਲਾਈ। ਕਿਆਰਾ ਸਾਹਿਬ, ਮਾਲਜੀ ਸਾਹਿਬ, ਬਾਲ ਲੀਲਾ ਸਾਹਿਬ ਦਾ ਦਰਸ਼ਨ ਕਰਦਿਆਂ ਹੋਇਆਂ ਸੰਗਤਾਂ ਜਨਮ ਅਸਥਾਨ ਸਾਹਿਬ ਅੱਪੜੀਆਂ। ਸਭ ਦੇ ਕਲੇਜੇ ਠੰਡ ਪਈ ਅਤੇ ਪੂਰਨਮਾਸ਼ੀ ਦੇ ਪੂਰਨ ਗੁਰੂ ਅਵਤਾਰ ਦੀ ਸ਼ੀਤਲਤਾ ਨੇ ਸਾਰਿਆਂ ਦੇ ਤਪੇ ਹੋਏ ਹਿਰਦੇ ਠੰਡੇ ਠਾਰ ਕਰ ਦਿੱਤੇ। ਹੁਣ ਸੰਤ ਜੀ ਮਹਾਰਾਜ ਨੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੀਰਤਨ ਆਰੰਭ ਕਰ ਦਿੱਤਾ। ਸ਼ਬਦ ਕੀਰਤਨ ਦਾ ਉਹ ਰੰਗ ਬੰਨਿਆ ਕਿ ਸੁਰ, ਨਰ, ਮੁਨ, ਜਨ, ਪਸ਼ੂ, ਪੰਖੀ ਮੋਹਿਤ ਹੋ ਗਏ ਅਤੇ ਸਭ ਦੇ ਹਿਰਦੇ ਵਿੱਚ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਵਸ ਗਿਆ। ਇਸ ਤਰ੍ਹਾਂ 4 ਕੁ ਘੜੀ ਆਤਮ ਰੰਗ ਵਿੱਚ ਸ਼ਬਦ ਚੌਂਕੀ ਰਹੀ। ਫਿਰ ਸੋਧਰ ਦਾ ਸਮਾਂ ਹੋ ਗਿਆ। ਰਹਿਰਾਸ ਦੇ ਪਾਠ ਮਗਰੋਂ ਸਾਰੀ ਸੰਗਤ ਨੇ ਲੰਗਰ ਛਕਿਆ ਅਤੇ ਰਾਤ ਲਈ ਬਿਰਾਜ ਗਈ। ਸਵੇਰੇ ਪਹਿਰ ਦੇ ਤੜਕੇ ਸਭ ਨੇ ਇਸ਼ਨਾਨ ਪਾਣੀ ਕੀਤਾ, ਆਪਣਾ ਆਪਣਾ ਨਿਤਨੇਮ ਕਰ ਆਸਾ ਜੀ ਦੀ ਵਾਰ ਦੇ ਦੀਵਾਨ ਵਿੱਚ ਹਾਜ਼ਰ ਹੋ ਗਏ। ਇਸੇ ਤਰ੍ਹਾਂ ਕੁਝ ਦਿਨ ਨਿਤਨੇਮ, ਸਤਸੰਗ ਅਤੇ ਨਾਮ ਰੰਗ ਦਾ ਪ੍ਰਵਾਹ ਚੱਲਿਆ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਸੋਹਣੇ ਅਤੇ ਮਿੱਠੇ ਚਰਨ ਕਮਲ ਅਨੇਕਾਂ ਜੀਵਾਂ ਦੇ ਹਿਰਦੇ ਵਿੱਚ ਵਸੇ। ਚੂਹੜਖਾਨੇ ਦੇ ਪਾਸ ਇੱਕ ਪਿੰਡ ਵਰਨ ਹੈ। ਉਸ ਥਾਂ ਮਹੰਤ ਸੁਜਾਨ ਸਿੰਘ ਜੀ ਦੀ ਇੱਕ ਬੜੀ ਕਰਨੀ ਵਾਲੇ ਸਿੱਖ ਸਨ। ਉਹ ਹਰ ਸਾਲ ਲੰਗਰ ਲੈ ਕੇ ਨਨਕਾਣਾ ਸਾਹਿਬ ਆਉਂਦੇ ਸਨ। ਇਸ ਸਾਲ ਉਹਨਾਂ ਨੇ ਪਹਿਲੀ ਵਾਰੀ ਸੰਤ ਜੀ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਅੰਮ੍ਰਿਤ ਰਸ ਭਿੰਨੇ ਕੀਰਤਨ ਸੁਣਨ ਦਾ ਅਵਸਰ ਮਿਲਿਆ। ਉਹਨਾਂ ਨੇ ਆਪਣੇ ਸੇਵਕਾਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਬੜੇ ਪ੍ਰੇਮ, ਸ਼ਰਧਾ ਅਤੇ ਉਤਸ਼ਾਹ ਨਾਲ ਆਖਿਆ ਕਿ ਸੰਤ ਧੁਰ ਦਰਗਾਹ ਤੋਂ ਭੇਜੀ ਹੋਈ ਰੂਹ ਹਨ। ਉਹ ਖੁਸ਼ਕ ਰੁੱਖੇ ਸੰਸਾਰ ਵਿੱਚ ਇੱਕ ਵਾਰੀ ਫੇਰ ਸਤਨਾਮ ਦਾ ਚੱਕਰ ਫਿਰਾਉਣ ਲਈ ਆਏ ਹਨ। ਇਸੇ ਤਰ੍ਹਾਂ ਨਾਮ ਬਾਣੀ ਦਾ ਪ੍ਰਵਾਹ ਚਲਾਉਂਦੇ ਚਲਾਉਂਦੇ ਇੱਕ ਦਿਨ ਅਚਨਚੇਤ ਹੀ ਸੰਤ ਜੀ ਮਹਾਰਾਜ ਨੂੰ ਬੜਾ ਸਖਤ ਬੁਖਾਰ ਹੋ ਗਿਆ। ਗਿਆਨੀ ਸੁੰਦਰ ਸਿੰਘ ਜੀ ਵੀ ਗੁਜਰਾਂਵਾਲੇ ਤੋਂ ਗੁਰਪੁਰਬ ਦੇ ਜੋੜ ਮੇਲੇ 'ਤੇ ਆਏ ਹੋਏ ਸਨ। ਜਦ ਇਹਨਾਂ ਨੂੰ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਨੂੰ ਬੁਖਾਰ ਚੜ੍ਹ ਗਿਆ ਹੈ, ਇਹ ਖਬਰ ਲੈਣ ਲਈ ਆਏ। ਬੁਖਾਰ ਬੜੇ ਜ਼ੋਰਾਂ ਦਾ ਸੀ ਅਤੇ ਸਵਾਸ ਪੂਰੀ ਤੇਜ਼ੀ ਨਾਲ ਚੱਲ ਰਹੇ ਸਨ। ਗਿਆਨੀ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਆਪ ਜੀ ਦੇ ਸਵਾਸਾਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਤਦ ਸੰਤ ਜੀ ਨੇ ਬਚਨ ਕੀਤਾ ਕਿ ਭਾਈ ਸੁੰਦਰ ਸਿੰਘ ਜੀ, ਇਹ ਸਰੀਰ ਲੁਹਾਰ ਦੀ ਖੱਲ ਵਾਂਗੂ ਹੈ। ਸਵਾਸ ਅੰਦਰੋਂ ਭਰ ਕੇ ਨਿਕਲਦੇ ਹਨ। ਜੇ ਵਾਹਿਗੁਰੂ ਜੀ ਦੇ ਨਾਮ ਨਾਲ ਮਿਲੇ ਹੋਏ ਆਉਣ ਤਾਂ ਸਵਾਸ ਅਤੇ ਸਰੀਰ ਸਫਲ ਹਨ, ਨਹੀਂ ਤਾਂ ਜਿਉਣਾ ਕਿਸ ਕੰਮ ਦਾ ਹੈ। ਫਿਰ ਸੰਤ ਜੀ ਗੁਜਰਾਂਵਾਲਾ ਦੇ ਜਥੇ ਨਾਲ ਨਨਕਾਣਾ ਸਾਹਿਬ ਤੋਂ ਮਾਨਾਂ ਵਾਲੇ ਆਏ। ਜਥਾ ਤਾਂ ਖਰੇ ਸੌਦੇ ਆ ਪੁੱਜਾ, ਪਰ ਸੰਤ ਜੀ ਮਹਾਰਾਜ ਮਾਨਾਂ ਵਾਲੇ ਹੀ ਰਹੇ। ਦੂਜੇ ਦਿਨ ਖਰੇ ਸੌਦੇ ਬੜਾ ਭਾਰੀ ਜੋੜ ਮੇਲਾ ਹੋਇਆ। ਭਰੇ ਜੋੜ ਮੇਲੇ ਵਿੱਚ ਸਾਧ ਸੰਗਤ ਨੂੰ ਖਬਰ ਆਈ ਕਿ ਸੰਤ ਜੀ ਮਹਾਰਾਜ ਮਾਨਾਂ ਵਾਲੇ ਸਖਤ ਬਿਮਾਰ ਹੋ ਗਏ ਹਨ। ਉਸੇ ਵੇਲੇ ਭਾਈ ਹਰਨਾਮ ਸਿੰਘ ਜੀ ਹਕੀਮ ਚੌਂਕ, ਬਾਬਾ ਅਟੱਲ,
ਮਾਈ ਈਸ਼ਰ ਕੌਰ ਜੀ ਅਤੇ ਗਿਆਨੀ ਸੁੰਦਰ ਸਿੰਘ ਜੀ ਮਾਨਾ ਵਾਲੇ ਵਾਪਸ ਚਲੇ ਗਏ। ਬੁਖਾਰ ਦੇ ਜ਼ੋਰ ਨਾਲ ਸੰਤ ਜੀ ਮਹਾਰਾਜ ਦੀ ਹਾਲਤ ਕੁਝ ਅਸਚਰਜ ਹੀ ਸੀ। ਜਾਂਦਿਆਂ ਹੀ ਇੱਕ ਅਲੌਕਿਕ ਨਜ਼ਾਰਾ ਪ੍ਰੇਮੀਆਂ ਦੀ ਦ੍ਰਿਸ਼ਟੀ ਗੋਚਰ ਹੋਇਆ। ਇਹ ਤਿੰਨੇ ਸੱਜਣ ਆ ਕੇ ਬੈਠੇ ਹੀ ਸਨ ਕਿ ਭਾਈ ਕਲਿਆਣ ਸਿੰਘ ਜੀ ਬੜੇ ਵੈਰਾਗ ਵਿੱਚ ਰੋਣ ਲੱਗ ਪਏ ਅਤੇ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਜੀ, ਆਪ ਦਾ ਬਚਨ ਸੀ ਕਿ ਪਹਿਲਾਂ ਤੇਰਾ ਸਰੀਰ ਚਲਾਣਾ ਕਰੇਗਾ, ਤੈਨੂੰ ਸੰਭਾਲ ਕੇ ਅਸੀਂ ਪਿੱਛੋਂ ਚੋਲਾ ਛੱਡਾਂਗੇ। ਇਸ ਵੇਲੇ ਆਪ ਕੀ ਖੇਡ ਵਰਤਾ ਰਹੇ ਹੋ। ਇਹ ਸੁਣ ਕੇ ਸੰਤ ਜੀ ਮਹਾਰਾਜ ਬੜੀ ਵਿਸਮਾਦ ਦਸ਼ਾ ਵਿੱਚ ਬੋਲੇ ਕਿ ਭਾਈ ਕਲਿਆਣ ਸਿੰਘ ਜੀ, ਇਸ ਵੈਰਾਗ ਭਰੀ ਬੇਨਤੀ ਦਾ ਸੰਤ ਜੀ ਮਹਾਰਾਜ ਤੇ ਬਿਜਲੀ ਵੱਤ ਅਸਰ ਹੋਇਆ। ਸਰੀਰ ਦੀ ਹਾਲਤ ਅੱਜ ਹੋਰ ਤੇ ਕੱਲ੍ਹ ਹੋਰ ਹੋ ਗਈ। ਥੋੜ੍ਹੇ ਹੀ ਦਿਨਾਂ ਵਿੱਚ ਬੁਖਾਰ ਟੁੱਟ ਗਿਆ, ਪਰ ਕਮਜ਼ੋਰੀ ਹੋ ਗਈ। ਇਸ ਲਈ ਸੰਤ ਜੀ ਮਹਾਰਾਜ 15 ਦਿਨ ਮਾਨਾ ਵਾਲੇ ਹੀ ਰਹੇ। ਨਿੱਕੇ ਸਰਦਾਰ ਨੇ ਆਪਣੀ ਹਵੇਲੀ ਵਿੱਚ ਡੇਰਾ ਕਰਵਾ ਦਿੱਤਾ ਅਤੇ ਬੜੀ ਸੇਵਾ ਕੀਤੀ। ਜਦ ਸੰਤ ਜੀ ਮਹਾਰਾਜ ਤੁਰਨ ਫਿਰਨ ਲੱਗ ਪਏ, ਤਦ ਸਰਦਾਰ ਨੇ ਆਪਣੇ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਅਤੇ ਭੋਗ ਵਾਲੇ ਦਿਨ ਸਾਰੇ ਪਰਿਵਾਰ ਸਹਿਤ ਅੰਮ੍ਰਿਤ ਛਕਿਆ। ਮਾਨਾ ਵਾਲੇ ਇੱਕ ਦਿਨ ਜਦ ਸੰਤ ਜੀ ਜੰਗਲ ਪਾਣੀ ਗਏ, ਤਦ ਨਹਿਰ ਦਾ ਇੱਕ ਛੋਟਾ ਜਿਹਾ ਖਾਲ ਰਸਤੇ ਵਿੱਚ ਆ ਗਿਆ। ਬੜੀ ਮੁਸ਼ਕਲ ਨਾਲ ਪਾਰ ਲੰਘੇ। ਜਦ ਬੈਠੇ ਤਦ ਭਾਈ ਹਰੀ ਸਿੰਘ ਜੀ ਨੂੰ, ਜੋ ਕਿ ਸੰਤ ਜੀ ਮਹਾਰਾਜ ਦਾ ਗੜਵਾ ਫੜ ਕੇ ਕੋਲ ਖੜੇ ਸਨ, ਆਖਿਆ ਕਿ ਭਾਈ, ਬਿਮਾਰੀ ਦੇ ਵਕਤ ਸਾਨੂੰ ਹੋਰ ਤਾਂ ਕੋਈ ਖਿਆਲ ਨਹੀਂ ਆਇਆ। ਸਰੀਰ ਹੋਇਆ ਨਾ ਹੋਇਆ ਸਾਡੇ ਵਾਸਤੇ ਇੱਕੋ ਜਿਹਾ ਹੈ, ਪਰ ਇਹ ਸੰਕਲਪ ਜ਼ਰੂਰ ਹਿਰਦੇ ਵਿੱਚ ਉੱਠਿਆ ਸੀ ਕਿ ਸਤਿਗੁਰੂ ਦੀ ਬਖਸ਼ੀ ਹੋਈ ਕਾਰ ਮਸਤੂਆਣੇ ਵਿੱਚ ਪੂਰੀ ਨਾ ਕਰ ਸਕੇ। ਹੁਣ ਕਰਤਾਰ ਨੇ ਸਰੀਰ ਰੱਖ ਲਿਆ ਹੈ, ਇਸ ਕਾਰ ਨੂੰ ਛੇਤੀ ਸਿਰੇ ਚਾੜ੍ਹ ਦਈਏ। ਅਖੰਡ ਪਾਠ ਦੇ ਮਗਰੋਂ ਸੰਤ ਜੀ ਮਹਾਰਾਜ ਇੱਥੋਂ ਕੂਚ ਕਰਨ ਵਾਸਤੇ ਤਿਆਰ ਹੋ ਗਏ, ਪਰ ਐਨ ਤੁਰਨ ਸਮੇਂ ਗੜਵਾਈ ਨੇ ਹੌਲੀ ਜਿਹੀ ਆਖਿਆ, ਮਹਾਰਾਜ, ਜੋ ਦਮੜੇ ਕਿਰਾਏ ਵਾਸਤੇ ਭੇਂਟਾ ਹੋਏ ਸਨ, ਉਹ ਸਾਰੀ ਗੰਢ ਕਿਸੇ ਨੇ ਚੁੱਕ ਲਈ ਹੈ। ਸੰਤ ਜੀ ਮਹਾਰਾਜ ਨੇ ਉਸ ਵੇਲੇ ਆਖਿਆ ਕਿ ਭਾਈ, ਪਹਿਲਾਂ ਸਾਡੀ ਤਲਾਸ਼ੀ ਲਵੋ ਅਤੇ ਫਿਰ ਸਭ ਦੀ। ਬਚਨ ਕਰਦੇ ਸਾਰ ਹੀ ਮਹਾਰਾਜ ਨੇ ਆਪਣੀ ਅਤੇ ਭਾਈ ਕਲਿਆਣ ਸਿੰਘ ਜੀ ਦੀ ਮੁਕੰਮਲ ਤਲਾਸ਼ੀ ਕਰਵਾਈ। ਫਿਰ ਸਾਰੇ ਜਥੇ ਦੇ ਸਰੀਰਾਂ ਨੂੰ ਇੱਕ ਕਤਾਰ ਵਿੱਚ ਖੜਾ ਕਰਕੇ ਸਭ ਦੇ ਚਿਹਰੇ ਵੱਲ ਭਰਵੀਂ ਨਿਗਾਹ ਨਾਲ ਤੱਕਿਆ ਅਤੇ ਚੋਰ ਨੂੰ ਪਛਾਣ ਲਿਆ। ਮਿੰਟ ਕੁ ਚੁੱਪ ਰਹਿ ਕੇ ਸੰਤ ਜੀ ਮਹਾਰਾਜ ਸੁਭਾਏ ਬੋਲੇ ਕਿ ਭਾਈ, ਕਿਸੇ ਦਾ ਪਰਦਾ ਕਾਹਨੂੰ ਪਾੜਨਾ ਹੈ? ਜਾਣਾ ਵੀ ਦੂਰ ਹੈ ਅਤੇ ਕਿਰਾਏ ਦੀ ਵੀ ਲੋੜ ਹੈ, ਪਰ ਬਾਹਰ ਚੱਲ ਕੇ ਸਭ ਇੱਕ ਥਾਂ ਮਿੱਟੀ ਦੀਆਂ ਝੋਲੀਆਂ ਸੁੱਟੋ, ਕਿਰਾਏ ਵਾਲੀ ਪੋਟਲੀ ਆਪੇ ਢੇਰ ਵਿੱਚ ਆ ਜਾਏਗੀ। ਬਚਨ ਸੁਣਦੇ ਸਾਰ ਹੀ ਸਾਰੀ ਸੰਗਤ ਬਾਹਰ ਗਈ ਅਤੇ ਸਭ ਨੇ ਮਿੱਟੀ ਦੀਆਂ ਝੋਲੀਆਂ ਭਰ ਭਰ ਕੇ ਸੁੱਟੀਆਂ। ਜਦ ਢੇਰ ਨੂੰ ਫੋਲਿਆ ਗਿਆ ਤਾਂ ਦਮੜਿਆਂ ਦੀ ਗੰਢ ਮਿੱਟੀ ਵਿੱਚੋਂ ਲੱਭ ਪਈ। ਹੁਣ ਮਾਨਾ ਵਾਲੇ ਤੋਂ ਸੰਤ ਜੀ ਮਹਾਰਾਜ ਨੇ ਪੈਦਲ ਕੂਚ ਕਰ ਦਿੱਤਾ। ਸਰਦਾਰ ਨੇ ਸਵਾਰੀ ਵਾਸਤੇ ਇੱਕ ਘੋੜਾ ਦਿੱਤਾ। ਸੰਤ ਜੀ ਕੁਝ ਰਾਹ ਘੋੜੇ 'ਤੇ ਚੜ੍ਹੇ ਅਤੇ ਕੁਝ ਪੈਦਲ ਤੁਰੇ। 11-12 ਕੋਹ 'ਤੇ ਭਿੱਖੀ ਪਿੰਡ ਅੱਪੜੇ ਅਤੇ ਰਾਤ ਕੱਟਣ ਲਈ ਗੁਰਦੁਆਰਾ ਸਾਹਿਬ ਵਿੱਚ ਡੇਰਾ ਕੀਤਾ। ਗਿਆਨੀ ਸੁੰਦਰ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬੇ ਹੋ ਕੇ ਪਾਠ ਕਰਨ ਲੱਗ ਪਏ ਅਤੇ ਸੰਤ ਜੀ ਮਹਾਰਾਜ ਬੜੇ ਪ੍ਰੇਮ ਨਾਲ ਸੁਣਦੇ ਰਹੇ। ਪਾਠ ਵਿੱਚ ਤੁਕ ਆਈ, ਅੰਦਿਨ ਵਿਵੇਕ ਬੁੱਧ ਉਚਰੇ। ਗਿਆਨੀ ਜੀ ਨੇ ਇਸ ਦਾ ਅਰਥ ਸੰਤ ਜੀ ਕੋਲੋਂ ਪੁੱਛਿਆ। ਸੰਤ ਜੀ ਮਹਾਰਾਜ ਨੇ ਆਖਿਆ ਕਿ 8 ਪੈਰ 64 ਘੜੀ ਦਵੈਤ ਨਾ ਫੁਰੇ। ਇਹ ਅਰਥ ਸੁਣ ਕੇ ਗਿਆਨੀ ਸੁੰਦਰ ਸਿੰਘ ਜੀ ਬੜੇ ਗਦਗਦ ਹੋਏ। ਹੁਣ ਕਰੀਬਨ 5-6 ਵਜੇ ਦਾ ਵਕਤ ਹੋ ਗਿਆ। ਮਾਈ ਈਸ਼ਰ ਕੌਰ ਦੇ ਹਿਰਦੇ ਵਿੱਚ ਫੁਰਨਾ ਫੁਰਿਆ ਕਿ ਸੰਤ ਜੀ ਅੰਮ੍ਰਿਤ ਵੇਲੇ ਦੇ ਟੁਰੇ ਹੋਏ ਹਨ, ਹੁਣ ਤੀਕਰ ਕੁਝ ਨਹੀਂ ਛਕਿਆ, ਭੁੱਖ ਲੱਗੀ ਹੋਵੇਗੀ। ਮਾਈ ਬਾਹਰ ਗਈ ਅਤੇ ਇੱਕ ਹਲਵਾਈ ਪਾਸੋਂ ਜਲੇਬੀਆਂ ਦਾ ਥਾਲ ਭਰ ਕੇ ਲੈ ਆਈ ਅਤੇ ਸੰਤ ਜੀ ਮਹਾਰਾਜ ਦੇ ਅੱਗੇ ਆ ਰੱਖਿਆ। ਸੰਤ ਜੀ ਮਹਾਰਾਜ ਨੇ ਬਚਨ ਕੀਤਾ, ਬੀਬੀ, ਇਹ ਗੱਲ ਠੀਕ ਨਹੀਂ ਕੀਤੀ, ਸਾਨੂੰ ਕੋਈ ਭੁੱਖ ਨਹੀਂ। ਅਸਾਂ ਸਾਧਨ ਕੀਤਾ ਹੋਇਆ ਹੈ, ਭੁੱਖ
ਤ੍ਰਿਖਾ ਜਿੱਤੀ ਹੋਈ ਹੈ। ਜਦ ਸਾਰੀ ਸੰਗਤ ਵਾਸਤੇ ਲੰਗਰ ਸੱਜੇਗਾ ਅਸੀਂ ਵੀ ਛਕ ਲਵਾਂਗੇ। ਪਿੰਡ ਭਿੱਖੀਵਿੰਡ ਤੋਂ ਸੰਤ ਜੀ ਸ਼ਾਹਦਰੇ ਅੱਪੜੇ ਅਤੇ ਸੰਤ ਮਹਿਤਾਬ ਸਿੰਘ ਜੀ ਦੇ ਪ੍ਰੇਮ ਕਰਕੇ ਕੁਝ ਚਿਰ ਇੱਥੇ ਆਰਾਮ ਕੀਤਾ। ਸਤਸੰਗ ਦਾ ਬੜਾ ਰੰਗ ਬਣਿਆ। ਜਦ ਸਰੀਰ ਤਕੜਾ ਹੋ ਗਿਆ ਤਦ ਲਾਹੌਰ ਚਲੇ ਗਏ। ਫਿਰ ਮੁਕਤਸਰ ਸਾਹਿਬ ਮਾਘੀ ਦੀ ਹਾਜ਼ਰੀ ਭਰ ਕੇ ਬਠਿੰਡੇ, ਅਲਾਲ, ਕਾਂਜਲੇ ਦੇ ਰਸਤੇ ਮਸਤੂਆਣੇ ਪਹੁੰਚੇ ਅਤੇ ਇੱਥੇ ਹੋਲੇ ਮਹੱਲੇ ਦਾ ਬੜਾ ਭਾਰੀ ਜੋੜ ਮੇਲਾ ਕੀਤਾ। ਇਸ ਤੋਂ ਅਗਲੇ ਭਾਗ ਦੇ ਵਿੱਚ ਪੜ੍ਹਾਂਗੇ ਕਿ ਹੋਰ ਪਹਿਲਾ ਮਸਤੂਆਣਾ ਸਾਹਿਬ ਦੇ ਵਿੱਚ ਜਿਹੜਾ ਪਹਿਲਾ ਹੋਲਾ ਮਹੱਲਾ ਹੋਇਆ ਉਹ ਕਿਵੇਂ ਸੰਤ ਜੀ ਨੇ ਧੰਨਵਾਦ।